बिस्मिल्लाहिर्रहमानिर्रहीम। अस्सलाम वालेकुम। मैं मुहम्मद उस्मान। खवातीन और हज़रात, तुसीं मेरा चैनल वेख रहे हो। ਅੱਜ ਅਸੀਂ ਤਕਰੀਬਨ ਹਾਫਜ਼ਾਬਾਦ ਤੋਂ 12 ਤੋਂ 15 ਕਿਲੋਮੀਟਰ ਦੂਰ ਔਰ ਗੁਜਰਾਂਵਾਲਾ ਤੋਂ ਤਕਰੀਬਨ 40 ਤੋਂ 42 ਕਿਲੋਮੀਟਰ ਦੂਰ ਇੱਕ ਅਜ਼ੀਮ ਹਸਤੀ ਆਰਾਮ ਕਰ ਰਹੀ ਹੈ, ਜਿਹਨੂੰ ਉਰਫ ਆਮ ਦੇ ਅੰਦਰ ਲੋਕ ਪੀੜੀ ਸ਼ਾਹ ਕਹਿੰਦੇ ਨੇ। ਔਰ ਉਸ ਹਸਤੀ ਦੀ ਵਜ੍ਹਾ ਤੋਂ ਇਸ ਗਾਉਂ ਦਾ ਨਾਮ ਹੀ ਪੀੜੀ ਸ਼ਾਹ ਹੈ। ਅੱਜ ਮੇਰਾ ਇਰਾਦਾ ਬਣਿਆ ਕਿ ਅੱਜ ਅਸੀਂ हज़रत की बारगाह हाज़री दईए, उन्होंने जिंदगी के मुतलिक जानिए, सीखने की कोशिश करिए। तो अज के इस सफ़र च मेरे नाल मेरे कैमरामैन ज़हीर साहब ने, ज़हीरुद्दीन बाबर साहब, तो मेरे नाल आसिफ साहब ने। आसिफ साहब हाफजाबाद दे ने। सानू मज़ार शरीफ की ज़ियारत भी करवाएंगे तो दरगाह दियां जिहड़ियां मुख्तलिफ चीज़ां ने उन्हां दे बारे दसणगे भी। आसिफ साहब अस्सलाम वालेकुम। जी वालेकुम अस्सलाम। आसिफ साहब की हाल है? ठीक हो? अल्हम्दुलिल्लाह। तो तुसीं अपनी सुनाओ। जी जी, शुक्र है अल्लाह दा। आसिफ साहब, अज असी तुहाडे कोल हाज़र होए हैं। अज तुसीं सानू हज़रत पीड़ी पाक रहमान अलमरूफ पीड़ी शाह जिन्हां नूं कहा जांदा है, उन्हां दी दरगाह दी ज़ियारत करानी है। ते मुल्हिक जिहड़ा सेन है ते लंगर खाना वगैरह, कुआं इत्थे बड़ा मशहूर है, बिल्कुल चिराग गाह कहंदे ने कि इत्थे है वे। उन्हां चीज़ां दी तुसीं सानू जिहड़ा ना वखाणियां भी। हाफिज़ साहब चलो फिर जी जी ਅਸੀਂ ਸ਼ੁਰੂ ਕਰੀਏ इंशाअल्लाह। मेहरबानी। ਤੁਹਾਨੂੰ ਬਾਬਾ ਜੀ ਦਾ ਦਰਬਾਰ ਜਿਹੜਾ ਵਿਜ਼ਿਟ ਕਰਵਾਉਂਦੇ ਆ। अकबर बादशाह दा दौर सी जो पैदाइश हुई। अच्छा। ते एक रवायत है कि हज़रत दी पैदाइश गुजरात हुई। ਉਹ ਰਵਾਇਤ ਨੂੰ ਕੋਈ ਏਡੀ ਤਕਵੀਅਤ ਨਹੀਂ ਮਿਲੀ। ਰਵਾਇਤ ਹੈ ਜ਼ਿਆਦਾ ਬਿਹਤਰ ਹੈ ਕਿ ਜਿਹੜੀ ਪੈਦਾਇਸ਼ ਹੈ ਉਹ ਇੱਥੇ ਹੀ ਹੋਈ ਸੀ, ਜਿਹੜੇ ਅਸੀਂ ਇਲਾਕੇ 'ਚ ਖੜੇ ਆ, ਇਸੇ ਇਲਾਕੇ ਦੇ ਅੰਦਰ। ਅੱਛਾ ਜੀ ਹਾਫਿਜ਼ ਸਾਹਿਬ, ਮਾਸ਼ਾਅੱਲਾ ਤੁਸੀਂ ਬਾਬਾ ਜੀ ਦੇ ਇਬਤਦਾਈ ਹਾਲਾਤ ਦੇ ਬਾਰੇ ਸਾਨੂੰ ਦੱਸਿਆ। ਅੱਛਾ, ਹੁਣ ਤੁਸੀਂ ਸਾਨੂੰ ਉਹਨਾਂ ਦੇ ਬਾਰੇ ਇਹ ਦੱਸੋ ਕਿ ਬਾਬਾ ਜੀ ਨੂੰ ਖਿਲਾਫਤ ਕਿੱਥੋਂ ਮਿਲੀ ਸੀ ਤੇ ਦੀਨ ਵਾਸਤੇ ਉਹਨਾਂ ਦੀਆਂ ਕੀ ਕੀ ਖਿਦਮਤ ਹੋਈਆਂ ਸਨ। ਜੀ, ਹਜ਼ਰਤ ਬੀੜੀ ਸ਼ਾਹ ਰਹਿਮਾਨ ਰਹਿਮਤੁल्लाह अलैह ਤਾਰੀਖ ਦੇ ਅੰਦਰ ਨਾ ਬੜਾ ਮੁਖਤਸਰ ਜਿਹਾ ਇਹਨਾਂ ਦਾ ਮਿਲਦੀਆਂ ਨੇ ਚੀਜ਼ਾਂ। ਬਾਕੀ ਹਜ਼ਰਤ ਨਾਲ ਜਿਹੜੀ ਖਿਲਾਫਤ ਮਿਲੀ ਸੀ ਉਹ ਹਜ਼ਰਤ ਹਾਫਿਜ਼ ਨੌਸ਼ਾ ਗੰਜ ਬਖਸ਼ ਰਹਿਮਤੁल्लाह अलैह ਉਹਨਾਂ ਕੋਲੋਂ ਖਿਲਾਫਤ ਮਿਲੀ ਸੀ। ਤੇ ਜਨਾਬ ਹਲਕਾਏ ਜਿਹਨੂੰ ਬੈਅਤ ਕਹਿੰਦੇ ਨੇ, ਬੈਅਤ ਵੀ ਆਪਨੇ ਹਜ਼ਰਤ ਨੌਸ਼ੋ ਪਾਕ ਦੀ ਹੀ ਕੀਤੀ ਸੀ। ਔਰ ਇਹ ਸਾਰਾ ਨੌਸ਼ੋ ਪਾਕ ਦਾ ਫੈਜ਼ ਹੈ। ਦੂਜੀ ਗੱਲ ਪੁੱਛੀ ਕਿ दीन ਦੇ ਬਾਰੇ ਕੀ ਖਿਦਮਾਤ ਨੇ, ਤੇ ਮੈਂ ਪੜ੍ਹ ਰਿਹਾ ਹਾਂ ਕਿ ਆਪਣੇ ਦੌਰ ਦੇ ਅੰਦਰ ਤਕਰੀਬਨ 60 ਤੋਂ 65 ਹਜ਼ਾਰ ਬੰਦੇ ਨੂੰ ਕਲਮਾ ਪੜਾਇਆ ਸੀ। ਸਾਡਾ ਮਸਲਾ ਹੈ ਕਿ ਅਸੀਂ ਕਰਾਮਾਤ ਤੇ ਬਹੁਤ ਜ਼ਿਆਦਾ ਪੜ੍ਹਨੇ ਵੀ ਆ, ਦੱਸਨੇ ਵੀ ਆ, ਲੇਕਿਨ ਅਸੀਂ ਇਹ ਨਹੀਂ ਦੱਸਦੇ ਕਿ ਇਹਨਾਂ ਔਲੀਆ ਇਕਰਾਮ ਦੀ ਦੀਨ ਦੇ ਬਾਰੇ ਕੀ ਖਿਦਮਾਤ ਨੇ। ਸਾਡੀ ਇੰਨੀ ਉਮਰ ਗੁਜ਼ਰ ਗਈ, ਅਸੀਂ ਅੱਜ ਤੱਕ ਕਿਸੇ ਇੱਕ ਬੰਦੇ ਨੂੰ ਵੀ ਨਹੀਂ ਪੜਾਇਆ। ਔਰ ਉਹਨਾਂ ਦਾ ਨਾਮ ਜ਼ਿੰਦਾ ਰਹਿਣ ਦੀ ਵਜ੍ਹਾ ਹੀ ਹੈ ਵੇ ਕਿ ਹਜ਼ਰਤ ਨੇ ਆਪਣੀ ਜ਼ਿੰਦਗੀ ਦੇ ਅੰਦਰ ਤਾਰੀਖੀ ਰਵਾਇਤ ਦੇ ਅੰਦਰ ਲਿਖਿਆ ਕਿ ਤਕਰੀਬਨ 60 ਤੋਂ 65 ਹਜ਼ਾਰ ਬੰਦੇ ਨੂੰ ਇਸਲਾਮ ਵੱਲ ਲੈ ਕੇ ਆਏ ਸੀ।
ਤਰੀਕਾਕਾਰ, ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ, ਕਿਸ ਤਰ੍ਹਾਂ ਦਾ ਸਿਸਟਮ ਆਇਆ, ਕਿਸ ਤਰ੍ਹਾਂ ਰਹਿੰਦੇ ਸੀ, ਕੀ ਮਾਮਲਾਤ ਹੈ। ਅੱਛਾ ਜ਼ਹੀਰ ਸਾਹਿਬ, ਅਸਲ 'ਚ ਨਾ ਹਜ਼ਰਤ ਪੀਰੀ ਸ਼ਾਹ ਰਹਿਮਾਨ ਰਹਿਮਤੁल्लाह अलैह ਤਬੀਅਤ ਦੇ ਅੰਦਰ ਨਾ ਮਜਜ਼ੂਬੀਅਤ ਥੋੜੀ ਜ਼ਿਆਦਾ ਹੀ। ਮੁਰਸ਼ਿਦ ਕੋਲੋਂ ਮੰਗੀ ਹੀ ਜਜ਼ਬੋ ਮਸਤੀ ਹੀ। ਮੁਰਸ਼ਿਦ ਜਦੋਂ ਪੁੱਛਿਆ ਕੀ ਚਾਹੀਦਾ ਤੇ ਫਰਮਾਇਆ ਜਜ਼ਬੋ ਮਸਤੀ ਚਾਹੀਦੀ। ਤੇ ਉਹ ਤਬੀਅਤ ਦੇ ਅੰਦਰ ਮਜਜ਼ੂਬੀਅਤ ਦਾ ਰੰਗ ਜਿਹੜਾ ਨਾ ਉਹ ਗਾਲਿਬ ਸੀ। ਸਹੀ ਠੀਕ ਹੈ। ਤੇ ਸਖਤ ਸਰਦੀ ਦੇ ਅੰਦਰ ਹਲਕੇ ਕੱਪੜੇ ਪਾ ਕੇ ਤੇ ਨਮਾਜ਼ਾਂ ਪੜ੍ਹਨੀਆਂ, ਗਰਮੀਆਂ ਦੇ ਅੰਦਰ ਸਖਤ ਗਰਮੀ 'ਚ ਰੋਜ਼ਾ ਰੱਖਣਾ ਕਿ ਨਫਸ ਜਿਹੜਾ ਨਾ ਉਹ ਕੰਟਰੋਲ ਰਵੇ। ਔਰ ਤੁਹਾਨੂੰ ਮੈਂ ਅੱਗੇ ਅਸ ਭਾਈ ਨੂੰ ਵੀ ਦੱਸ ਰਿਹਾ ਹਾਂ ਕਿ ਔਲੀਆ ਇਕਰਾਮ ਯਾਰ ਅੱਜ ਉਹਨਾਂ ਨੂੰ 3, 4, 500 ਸਾਲ ਹੋ ਗਏ ਨੇ ਗਿਆ ਦੁਨੀਆ ਤੋਂ, ਤੇ ਤੁਸੀਂ ਇੱਥੇ ਮੈਂ ਕੀ ਲੈਣਾ ਹੈ। ਲੇਕਿਨ ਅੱਲਾ ਨੇ ਆਪਣੇ ਬੰਦਿਆਂ ਦਾ ਨਾਮ ਜ਼ਿੰਦਾ ਰੱਖਿਆ। ਕਿਹੜੀ ਗੱਲ ਹੈ ਉਹ ਆ ਗਿਆ ਜੀ, ਉਹ ਦੀਨ ਦੀ ਖਿਦਮਤ ਕਿਵੇਂ ਹੋਈ ਆਪਣਾ ਹਜ਼ਰਤ ਸਾਹਿਬ ਦੀ, ਤੇ ਉਸ ਤੋਂ ਬਾਅਦ ਤਫਦੀਨ ਕਨਫਰਮ ਵੀ ਇੱਥੇ ਹੀ ਨੇ ਜਾਂ ਕਿਧਰੇ ਹੋਰ ਦੇ ਨੇ। ਲੋਕ ਉਸ ਤਰ੍ਹਾਂ ਮਜ਼ਾਰ ਬਣਾ ਲੈਂਦੇ ਨੇ, ਅੱਜ ਕੱਲ ਦੇਖਿਆ ਹੋਣਾ ਬਈ ਜਨਾਬ ਮਜ਼ਾਰ ਬਣਾ ਲਿਆ ਤੇ ਮਨਸੂਬ ਕਰ ਦਿੱਤਾ ਉਹਨਾਂ ਦੇ ਨਾਮ ਨਾਲ। ਇਹ ਕਨਫਰਮ ਹੈ ਬਈ ਜੀ ਸਾਹਿਬ ਹਜ਼ਰਤ ਦੀ ਜਿਹੜੀ ਵਫਾਤ ਹੈ ਨਾ ਉਹ 120 ਸਾਲ ਦੀ ਉਮਰ 'ਚ ਹੋਈ। ਠੀਕ ਹੈ। ਔਰੰਗਜ਼ੇਬ ਆਲਮਗੀਰ ਦਾ ਦੌਰ ਸੀ ਜਦੋਂ ਆਪ ਦਾ ਵਿਸਾਲੇ ਪਾਕ ਹੋਇਆ। ਪੈਦਾਇਸ਼ ਦੇ ਬਾਬ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਪੈਦਾਇਸ਼ ਹਜ਼ਰਤ ਦੀ ਪੀੜੀ ਸ਼ਾਹ ਹੀ ਹੋਈ 995 ਹਿਜਰੀ ਦੇ ਅੰਦਰ, ਤੇ ਵਫਾਤ ਜਿਹੜੀ ਹੋਈ 1117 ਹਿਜਰੀ ਸੀ ਸ਼ਾਇਦ, ਅਗਰ ਮੈਂ ਗਲਤ ਨਹੀਂ। ਅਸੀਂ ਅੰਦਰ ਮਜ਼ਾਰ ਸ਼ਰੀਫ ਚਾਹੇ ਪੜ੍ਹ ਕੇ ਵੀ ਆਏ ਹਾਂ, ਕਤਲੇ ਦੇ ਉੱਤੇ ਲਿਖਿਆ ਕਿ ਉਹਨਾਂ ਦੀ ਵਫਾਤ ਹੋਈ ਤੇ ਉਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਦੌਰ ਸੀ ਆਲਮਗੀਰ ਦਾ ਜਦੋਂ ਵਫਾਤ ਹੋਈ। ਜਿਸ ਟਾਈਮ ਵਫਾਤ ਹੋਈ ਤੇ ਹਜ਼ਰਤ ਨੌਸ਼ੋ ਪਾਕ ਦੇ ਖਲੀਫਾ ਸਨ ਸਾਈਂ ਸਚਿਆਰ ਰਹਿਮਤੁल्लाह अलैह, ਉਹਨਾਂ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਪੀੜੀ ਸ਼ਾਹ ਰਹਿਮਾਨ ਜਿਹੜਾ ਨਾ ਪੀੜੀ 'ਚ ਉਹਦਾ ਇੰਤਕਾਲ ਹੋ ਗਿਆ। ਤੇ ਉਹ ਕਰਬ ਦੇ ਅੰਦਰ ਨਾ ਰੋਣ ਲੱਗ ਪਏ ਤੇ ਅਫਸੁਰਦਾ ਹੋ ਗਏ। ਜਿਸ ਟਾਈਮ ਅਫਸੁਰਦਾ ਹੋਏ ਤੇ ਫਿਰ ਨਹਿਰ ਦੇ ਕਿਨਾਰੇ ਪਹੁੰਚ ਗਏ ਤੇ ਉੱਥੇ ਜਾ ਕੇ ਸ਼ੇਰ ਪੜਿਆ ਕਿ ਭੱਜਣ ਨਾ ਕਿਸੇ ਦੀਆਂ ਬਾਹਾਂ ਭਰਾਵਾਂ ਦੀਆਂ ਕਿ ਮੇਰਾ ਭਾਈ ਜਿਹੜਾ ਨਾ ਅੱਜ ਦੁਨੀਆ ਤੋਂ ਚਲਾ ਗਿਆ। ਤੇ ਉਸ ਤੋਂ ਬਾਅਦ ਸ਼ੁਕਰਾਨੇ ਦੇ 2 ਨਫਲ ਪੜੇ ਤੇ ਬੇਲੀ ਇੱਕ ਨੇ ਪੁੱਛਿਆ ਕਿ ਰੋਂਦੇ ਵੀ ਹੋ? ਠੀਕ ਹੈ, ਤੇ ਇਹ ਵੀ ਆਂਦੇ ਹੋ ਕਿ ਬਾਹਾਂ ਵੀ ਨਾ ਭਰਾਵਾਂ ਦੀਆਂ ਭੱਜਣ ਤੇ ਸ਼ੁਕਰਾਨੇ ਦੇ ਨਫਲ ਵੀ ਪੜਦੇ ਹੋ, ਇਹਦੀ ਕੀ ਵਜ੍ਹਾ ਹੈ? ਤੇ ਉਹਨਾਂ ਕਿਹਾ ਕਿ ਵਜ੍ਹਾ ਹੈ ਵੇ ਕਿ ਸ਼ਾਹ ਅਬਦੁਰ ਰਹਿਮਾਨ ਨੇ ਜਿਹੜੇ ਕੰਮ ਨੂੰ ਹੱਥ ਪਾਇਆ ਸੀ ਨਾ ਉਹ ਕੰਮ ਨਹੀਂ ਸੀ ਸੌਖਾ। ਠੀਕ, ਤੇ ਮੈਂ ਸ਼ੁਕਰਾਨੇ ਦੇ ਨਫਲ ਤਾਂ ਪੜੇ ਨੇ, ਇਹ ਕੰਮ ਵੀ ਸੌਖਾ ਨਹੀਂ। ਠੀਕ ਹੈ। ਤੇ ਅਬਦੁਰ ਰਹਿਮਾਨ 120 ਸਾਲ ਉਮਰ ਪਾ ਕੇ ਉਹ ਕੰਮ ਤੋੜ ਚਾੜ ਗਿਆ। ਤੇ ਤਦਫੀਨ ਵੀ ਇੱਥੇ ਹੀ ਹੋਈ। ਤਾਰੀਖ ਦੀਆਂ ਸਾਰੀਆਂ ਕਿਤਾਬਾਂ ਇਹੀ ਕਹਿੰਦੀਆਂ ਨੇ ਕਿ ਇੱਥੇ ਹੀ ਤਦਫੀਨ ਹੋਈ। ਬੜੀ ਮਿਹਰਬਾਨੀ ਜੀ ਸਾਹਿਬ, ਤੁਹਾਡਾ ਸ਼ੁਕਰੀਆ, ਤੁਸੀਂ ਇੰਨੀ ਦੂਰ ਬੁਲਾਇਆ ਤੇ ਸਾਡੀ ਸੇਵਾ ਵੀ ਕੀਤੀ। ਆਸਿਫ ਸਾਹਿਬ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਆਸਿਫ ਸਾਹਿਬ ਨੇ ਬੁਲਾਇਆ। ਅੱਲਾਹ ਤਾਲਾ ਸਾਨੂੰ ਔਲੀਆ ਇਕਰਾਮ ਦੇ ਸਿਰਫ ਨਾਮ ਲੈਣ ਦੀ, ਉਹਨਾਂ ਦੇ ਤਾਲੀਮਾਤ ਤੇ ਵੀ ਚੱਲਣ ਦੀ ਤੌਫੀਕ ਦੇਵੇ। ਸਾਨੂੰ ਇਹ ਦੱਸਣ ਦੀ ਲੋੜ ਹੈ ਕਿ ਇਸ ਬਾਬੇ ਨੇ 70,000 ਬੰਦੇ ਨੂੰ ਕਲਮਾ ਵੀ ਪੜਾਇਆ। ਇਹ ਕਿਸੇ ਨੂੰ ਨਹੀਂ ਪਤਾ ਕਿ ਇਸ ਬੰਦੇ ਦੀ ਦੀਨੀ ਖਿਦਮਤ ਕੀ ਹੈ। ਅੱਲਾਹ ਤਾਲਾ ਹਕੀਕੀ ਤੌਰ ਤੇ ਸਾਨੂੰ ਹਜ਼ਰਤ ਦਾ ਅਦਬ ਕਰਨ ਦੀ ਤੌਫੀਕ ਦੇਵੇ, ਉਹਨਾਂ ਦੀ ਤਾਲੀਮਾਤ ਤੇ ਚੱਲਣ ਦੀ ਤੌਫੀਕ ਦੇਵੇ, ਸਾਨੂੰ ਇਹਨਾਂ ਦੀ ਕਦਰ ਕਰਨ ਦੀ ਤੌਫੀਕ ਦੇਵੇ। ਸਾਰੇ ਪ੍ਰੋਗਰਾਮ ਵੇਖਣ ਵਾਲਿਆਂ ਦਾ ਬਹੁਤ ਸ਼ੁਕਰੀਆ। ਅਸੀਂ ਹਜ਼ਰਤ ਦੀ ਬਾਰਗਾਹ 'ਚ ਸਾਰਿਆਂ ਵਾਸਤੇ ਅੱਲਾਹ ਕੋਲੋਂ ਦੁਆ ਕਰਨੇ ਆ ਕਿ ਅੱਲਾਹ ਤਾਲਾ ਤੁਹਾਡੀਆਂ ਸਾਰਿਆਂ ਦੀਆਂ ਮੁਸ਼ਕਿਲਾਂ ਆਸਾਨ ਕਰੇ। ਵਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।